ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਮਨਮੋਹਨ ਸਿੰਘ ਤੇ ਤੁਹਾਡਾ ਸਵਾਗਤ ਕਰਦਾ ਆਪਣੇ ਚੈਨਲ ਉਡਾਨ ਵੇ ਦੇ ਉੱਪਰ। ਦੋਸਤੋ, ਇਸ ਤੋਂ ਪਹਿਲਾਂ ਆਪਾਂ ਸੈਕਿੰਡ ਚੈਪਟਰ ਦੀਆਂ ਦੋ ਐਕਸਰਸਾਈਜ਼ ਕੰਪਲੀਟ ਕਰ ਚੁੱਕੇ ਹਾਂ, ਐਕਸਰਸਾਈਜ਼ 2.1 ਤੇ ਐਕਸਰਸਾਈਜ਼ 2.2, ਜਿਸ ਦੇ ਵਿੱਚ ਆਪਾਂ ਸਿੱਖਿਆ ਸੀ ਸਿਰਫ ਰਿਲੇਸ਼ਨਸ ਦੇ ਬਾਰੇ ਕਿ ਕਿਸ ਤਰ੍ਹਾਂ ਰਿਲੇਸ਼ਨਸ ਬਣਾਏ ਜਾਂਦੇ ਨੇ, ਕਿਸ ਤਰ੍ਹਾਂ ਮੈਥਸ ਦੀ ਲੈਂਗੁਏਜ ਵਿੱਚ ਆਪਾਂ ਇੱਕ ਦੂਸਰੇ ਨਾਲ ਰਿਲੇਸ਼ਨ ਜਿਹੜਾ ਉਹ ਬਣਾਉਂਦੇ ਆ। ਤੇ ਅੱਜ ਆਪਾਂ ਸਿੱਖਾਂਗੇ ਫੰਕਸ਼ਨਸ ਕਿ ਫੰਕਸ਼ਨਸ ਕੀ ਹੁੰਦੇ ਨੇ, ਮੈਥਸ ਦੀ ਦੁਨੀਆ ਵਿੱਚ ਫੰਕਸ਼ਨਸ ਕਿਸ ਤਰ੍ਹਾਂ ਕੰਮ ਕਰਦੇ ਨੇ, ਉਹਦੇ ਬਾਰੇ ਆਪਾਂ ਸਿੱਖਾਂਗੇ। ਤੇ ਅੱਜ ਆਪਣੀ ਲਾਸਟ ਐਕਸਰਸਾਈਜ਼ ਹੈ ਜਿਸ ਦੇ ਵਿੱਚ ਆਪਾਂ ਫੰਕਸ਼ਨਸ ਬਾਰੇ ਸਿੱਖਣਾ ਹੈ। ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਇਸ ਨੂੰ ਆਪਣੇ ਮੈਕਸਿਮਮ ਦੋਸਤਾਂ ਤੱਕ ਸ਼ੇਅਰ ਕਰ ਲਓ। ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਫੰਕਸ਼ਨਸ ਦੇ ਬਾਰੇ ਕਿ ਫੰਕਸ਼ਨਸ ਕੀ ਹੁੰਦੇ ਨੇ। ਵਾਟ ਆਰ ਫੰਕਸ਼ਨਸ। ਹੁਣ ਜੇ ਮੈਂ ਮੈਥ ਨੂੰ ਛੱਡ ਕੇ ਆਪਣੀ ਆਮ ਜ਼ਿੰਦਗੀ ਦੀ ਗੱਲ ਕਰਾਂ ਤਾਂ ਉੱਥੇ ਵਿੱਚ ਆਪਾਂ ਫੰਕਸ਼ਨਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਮੇਰੇ ਕੋਲੇ ਕੀ ਹੈ, ਇੱਕ ਟੀਵੀ ਦਾ ਰਿਮੋਟ ਹੈ, ਠੀਕ ਹੈ ਜੀ। ਹੁਣ ਇਹਦੇ ਵਿੱਚ ਇੱਕ ਬਟਨ ਹੈ ਵੋਲਿਊਮ ਦਾ। ਹੁਣ ਜੇ ਮੈਂ ਵੋਲਿਊਮ ਵਾਲੇ ਬਟਨ ਨੂੰ ਪ੍ਰੈਸ ਕਰਦਾ, ਵੋਲਿਊਮ ਪਲੱਸ ਵਾਲੇ ਬਟਨ ਨੂੰ ਪ੍ਰੈਸ ਕਰਦਾ, ਤਾਂ ਇਹ ਬਟਨ ਇੱਕ ਫੰਕਸ਼ਨ ਕਰ ਰਿਹਾ ਹੈ, ਤਾਂ ਆਵਾਜ਼ ਮੇਰੀ ਵੱਧ ਰਹੀ ਹੈ ਟੀਵੀ ਦੀ। ਹੁਣ ਇੱਕ ਬਟਨ ਹੈ ਵੋਲਿਊਮ ਮਾਈਨਸ ਦਾ, ਵੋਲਿਊਮ ਮਾਈਨਸ ਨੂੰ ਦਬਾ ਰਿਹਾ, ਇਹ ਬਟਨ ਫੰਕਸ਼ਨ ਕਰ ਰਿਹਾ, ਤਾਂ ਮੇਰੀ ਆਵਾਜ਼ ਕੀ ਹੋ ਰਹੀ ਹੈ, ਘਟ ਰਹੀ ਹੈ। ਯਾਨੀ ਕਿ ਇਹ ਬਟਨ ਸਹੀ ਫੰਕਸ਼ਨ ਕਰ ਰਹੇ ਨੇ। ਹੁਣ ਇਦਾਂ ਤਾਂ ਹੈ ਨਹੀਂ ਜੇ ਮੈਂ ਵੋਲਿਊਮ ਵਧਾ ਰਿਹਾ ਤਾਂ ਮੇਰਾ ਚੈਨਲ ਚੇਂਜ ਹੋ ਜਾਊਗਾ, ਜਦ ਮੈਂ ਵੋਲਿਊਮ ਘਟਾਉਣ ਦਾ ਬਟਨ ਦਬ ਰਿਹਾ ਤਾਂ ਮੇਰਾ ਟੀਵੀ ਬੰਦ ਹੋ ਜਾਊਗਾ। ਜੇ ਇਦਾਂ ਹੋ ਰਿਹਾ ਤਾਂ ਯਾਨੀ ਕਿ ਮੇਰੇ ਜਿਹੜਾ ਰਿਮੋਟ ਹੈ ਇਹਦੇ ਬਟਨਸ ਨੇ ਇਹ ਚੰਗੀ ਤਰ੍ਹਾਂ ਫੰਕਸ਼ਨ ਨਹੀਂ ਕਰ ਰਹੇ, ਇਹ ਰਿਮੋਟ ਕੀ ਹੈ, ਖਰਾਬ ਹੈ, ਠੀਕ ਹੈ ਜੀ। ਤਾਂ ਇਹੀ ਆਪਣਾ ਫੰਕਸ਼ਨ ਹੁੰਦਾ ਜਦੋਂ ਮੈਂ ਇੱਕ ਇਨਪੁਟ ਦੇ ਰਿਹਾ, ਜਦੋਂ ਮੈਂ ਇੱਕ ਬਟਨ ਪ੍ਰੈਸ ਕਰ ਰਿਹਾ ਉਹਦੇ ਇਨਪੁਟ ਦੇ ਰਿਹਾ ਤਾਂ ਉਹ ਇਨਪੁਟ ਮੈਨੂੰ ਇੱਕ ਫੰਕਸ਼ਨ ਕਰ ਰਹੀ ਹੈ ਤੇ ਇੱਕ ਯੂਨੀਕ ਆਊਟਪੁੱਟ ਮੈਨੂੰ ਉਹ ਦੇ ਰਹੀ ਹੈ, ਠੀਕ ਹੈ ਜੀ। ਇਹੀ ਹੁੰਦਾ ਆਪਣਾ ਫੰਕਸ਼ਨ। ਚਲਿਏ ਆਪਾਂ ਦੇਖਦੇ ਹਾਂ ਕਿ ਮੈਥਸ ਦੀ ਲੈਂਗੁਏਜ ਦੇ ਵਿੱਚ ਆਪਾਂ ਫੰਕਸ਼ਨਸ ਨੂੰ ਕਿਸ ਤਰ੍ਹਾਂ ਦੇਖਦੇ ਹਾਂਗੇ। ਜੋ ਆਪਣਾ ਫੰਕਸ਼ਨ ਹੁੰਦਾ ਹੈ ਇਨ ਮੈਥਮੈਟਿਕਸ, ਆਪਣੇ ਕੋਲੇ ਮੰਨ ਲਓ ਇੱਕ ਸੈਟ ਹੈ A, ਇਹਦੇ ਵਿੱਚ ਕੁਝ ਐਲੀਮੈਂਟਸ ਨੇ 1 2 ਤੇ 3। ਸੇਮ ਇੱਕ ਹੋਰ ਸੈਟ ਹੈ ਆਪਣੇ ਕੋਲੇ B, ਇਹ ਵਿੱਚ ਕੁਝ ਐਲੀਮੈਂਟਸ ਨੇ A B ਤੇ C, ਠੀਕ ਹੈ ਜੀ। ਇਹ ਆਪਣਾ A ਸੈਟ ਹੈ, ਇਹ ਆਪਣਾ B ਸੈਟ ਹੈ। ਤੇ ਇੱਕ ਗੱਲ ਹੋਰ, ਜੋ B ਸੈਟ ਹੁੰਦਾ ਹੈ ਉਹ ਹਮੇਸ਼ਾ A ਸੈਟ ਦੀ ਇਮੇਜ ਹੁੰਦਾ ਹੈ। ਇਹ ਹੁੰਦਾ ਜੀ ਇਮੇਜ, ਯਾਨੀ ਕਿ B ਸੈਟ A ਸੈਟ ਦੀ ਕੀ ਹੈ, ਛਵੀ ਹੈ। ਤੇ A ਸੈਟ B ਸੈਟ ਦਾ ਹਮੇਸ਼ਾ ਪ੍ਰੀ ਇਮੇਜ ਹੁੰਦਾ ਹੈ, ਪ੍ਰੀ ਇਮੇਜ। ਹੁਣ ਫੰਕਸ਼ਨਸ ਕੀ ਹੁੰਦੇ ਨੇ, ਆਪਣੇ ਕੋਲੇ ਐਲੀਮੈਂਟ ਹੈ 1, ਇਹਦੀ ਇੱਕ ਆਪਣੇ ਕੋਲੇ ਪ੍ਰੋਪਰ ਇਮੇਜ ਹੈ, ਇੱਕ ਆਪਾਂ ਇਨਪੁਟ ਦਿੱਤੀ, ਆਪਾਂ ਨੂੰ ਇੱਕ ਯੂਨੀਕ ਆਊਟਪੁੱਟ ਮਿਲੀ, ਤਾਂ ਇਹ ਕੀ ਹੋ ਗਿਆ, ਆਪਣਾ ਫੰਕਸ਼ਨ ਹੋ ਗਿਆ। ਸੇਮ ਆਪਣੇ ਕੋਲੇ ਸੈਕਿੰਡ ਫੰਕਸ਼ਨ ਹੈ, ਆਪਾਂ ਇਹਨੂੰ ਇਨਪੁਟ ਦਿੱਤੀ, ਆਪਣੇ ਕੋਲ ਇੱਕ ਆਊਟਪੁੱਟ ਆਈ B, ਇਹ ਕੀ ਹੋ ਗਿਆ, ਇੱਕ ਫੰਕਸ਼ਨ ਹੋ ਗਿਆ। ਸੇਮ ਐਸ ਦਿਸ, ਯਾਨੀ ਕਿ ਸੈਟ A ਦੇ ਹਰ ਐਲੀਮੈਂਟਸ, ਸੈਟ A ਦੇ ਸਾਰੇ ਐਲੀਮੈਂਟਸ ਦੀ ਇੱਕ ਯੂਨੀਕ ਇਮੇਜ ਬਣਨੀ ਚਾਹੀਦੀ ਹੈ, ਇੱਕ ਯੂਨੀਕ ਆਊਟਪੁੱਟ ਆਉਣੀ ਚਾਹੀਦੀ ਹੈ, ਤਾਂ ਆਪਣਾ ਕੀ ਹੈ ਉਹ ਜਿਹੜਾ ਸੈਟ ਹੈ ਉਹ ਕੀ ਹੈ, ਫੰਕਸ਼ਨ ਹੋਏਗਾ। A ਦੇ ਸਾਰੇ ਸੈੱਟ ਹੋਣ, ਉਹਨਾਂ ਦੀ ਇੱਕ ਪ੍ਰੋਪਰ ਇਮੇਜ ਬਣੇ, ਦੈਨ ਆਪਣਾ ਕੀ ਹੈ, ਇੱਕ ਫੰਕਸ਼ਨ ਹੈ। ਸੇਮ ਐਸ ਇੱਕ ਹੋਰ ਐਗਜ਼ਾਮਪਲ ਹੈ, ਆਪਣੇ ਕੋਲੇ ਕੀ ਹੈ, ਇੱਕ ਸੈਟ A ਹੈ, ਇਸ ਵਿੱਚ ਸੇਮ ਐਲੀਮੈਂਟਸ ਨੇ 1 2 3। ਸੈਟ B ਹੈ, ਐਲੀਮੈਂਟਸ ਨੇ ਜਿਹਦੇ ਵਿੱਚ ਆਪਣੇ A B ਤੇ C। ਹਾਂ, ਕੀ ਇੱਕ ਆਊਟਪੁੱਟ ਦੇਣ ਤੇ ਆਪਾਂ ਨੂੰ ਦੋ ਆਊਟਪੁੱਟਸ ਮਿਲ ਸਕਦੀਆਂ ਨੇ? ਜੀ ਕਦੇ ਨਹੀਂ ਹੋਏਗਾ। ਮੰਨ ਲਓ ਮੈਂ ਇੱਕ ਆਪਣਾ ਉਹੀ ਬਟਨ ਦੱਬਿਆ ਵੋਲਿਊਮ ਵਾਲਾ, ਹੁਣ ਇਦਾਂ ਹੈ ਨਹੀਂ, ਵੋਲਿਊਮ ਦੇ ਨਾਲ ਇੱਕ ਤਾਂ ਆਪਣੀ ਆਵਾਜ਼ ਵੀ ਵੱਧ ਰਹੀ ਹੈ ਤੇ ਵੋਲਿਊਮ ਵਾਲੇ ਬਟਨ ਨਾਲ ਆਪਣਾ ਚੈਨਲ ਵੀ ਚੇਂਜ ਹੋ ਰਿਹਾ। ਇੱਕ ਬਟਨ ਦੱਬਣ ਨਾਲ ਕਦੇ ਵੀ ਦੋ ਕੰਮ ਨਹੀਂ ਹੋ ਸਕਦੇ। ਜੇ ਆਪਣੀ ਕੋਈ ਇਮੇਜ ਇਸ ਤਰ੍ਹਾਂ ਬਣ ਰਹੀ ਹੈ ਕਿ ਆਪਾਂ ਇੱਕ ਇਨਪੁਟ ਦਿੱਤੀ, ਇੱਕ ਤਾਂ ਆਪਾਂ ਨੂੰ ਰਿਜ਼ਲਟ A ਮਿਲ ਗਿਆ, ਇੱਕ ਇਹਦਾ ਰਿਜ਼ਲਟ ਆਪਾਂ ਨੂੰ A ਮਿਲ ਗਿਆ, ਕਦੇ ਵੀ ਇੱਕ ਆਊਟਪੁੱਟ ਤੋਂ ਦੋ ਆਊਟਪੁੱਟਸ ਆਪਾਂ ਨੂੰ ਨਹੀਂ ਮਿਲ ਸਕਦੀਆਂ, ਤਾਂ ਕਰਕੇ ਇਹ ਆਪਣਾ ਫੰਕਸ਼ਨ ਨਹੀਂ ਹੈਗਾ, ਠੀਕ ਹੈ ਜੀ। ਹੁਣ ਮੰਨ ਲਓ ਇਹ ਆਪਣਾ ਚਲੋ ਇਹ ਦੋ ਇਮੇਜ ਆ ਗਈਆਂ, ਵੈਸੇ ਤਾਂ ਇਹ ਫੰਕਸ਼ਨ ਹੈ ਹੀ ਨਹੀਂ। ਮੰਨ ਲਓ ਦੋ ਇਮੇਜ ਆ ਗਈਆਂ, ਇਹਦੀ ਇੱਕ ਇਨਪੁਟ ਆ ਗਈ ਆਪਣੀ ਆਊਟਪੁੱਟ ਆ ਗਈ A C, ਦੈਨ ਆਪਣਾ ਇੱਕ ਫੰਕਸ਼ਨ ਹੈ ਜਿਹੜਾ ਉਹ ਬਚ ਗਿਆ, ਇਹ ਬਚ ਗਿਆ। B ਸੈਟ ਵਿੱਚ ਕੋਈ ਐਲੀਮੈਂਟ ਨਹੀਂ ਬਚਿਆ ਤਾਂ ਇਹਦੀ ਕੋਈ ਇਮੇਜ ਨਹੀਂ ਬਣੀ। ਜੇ ਆਪਣਾ A ਸੈਟ ਦਾ ਕੋਈ ਵੀ ਐਲੀਮੈਂਟ ਬਚ ਜਾਂਦਾ ਹੈ ਜਿਹਦੀ ਕੋਈ ਇਮੇਜ ਨਹੀਂ ਬਣਦੀ, ਤਾਂ ਉਹ ਵੀ ਆਪਣਾ ਫੰਕਸ਼ਨ ਨਹੀਂ ਹੈਗਾ, ਠੀਕ ਹੈ ਜੀ। ਫੰਕਸ਼ਨ ਆਪਣਾ ਕਦੋਂ ਨਹੀਂ ਹੁੰਦਾ,
ਜਦੋਂ ਇੱਕ ਆਊਟਪੁੱਟ ਦੇਣ ਤੇ ਦੋ ਆਊਟਪੁੱਟਸ ਹੋਣ ਉਦੋਂ ਨਹੀਂ ਹੁੰਦਾ। ਜਦੋਂ ਸੈੱਟ A ਦੇ ਵਿੱਚੋਂ ਕੋਈ ਵੀ ਇੱਕ ਜਾਂ ਦੋ ਐਲੀਮੈਂਟ ਬਚ ਜਾਣ, ਤਾਂ ਇੱਕ ਜਾਂ ਦੋ ਤੋਂ ਵੱਧ ਐਲੀਮੈਂਟਸ ਬਚ ਜਾਣ, ਤਾਂ ਉਹ ਆਪਣਾ ਫੰਕਸ਼ਨ ਨਹੀਂ ਹੁੰਦਾ। ਕਲੀਅਰ ਹੈ ਜੀ। ਇੱਕ ਇਹਦੇ ਵਿੱਚ ਹੋਰ ਚੀਜ਼ ਆ ਜਾਂਦੀ ਹੈ, ਸੇਮ ਆਪਣੇ ਕੋਲੇ ਸੈਟ A ਹੈ, ਐਲੀਮੈਂਟਸ ਨੇ 1 2 ਤੇ 3। ਇੱਕ ਸੈਟ B ਹੈ, ਇਹਦੇ ਵਿੱਚ ਐਲੀਮੈਂਟਸ ਨੇ A B ਤੇ C। ਹਾਂ, ਇੱਕ ਆਊਟਪੁੱਟ ਦੇ ਨਾਲ ਦੋ ਆਊਟਪੁੱਟਸ ਨਹੀਂ ਮਿਲ ਸਕਦੇ, ਬਟ ਦੋ ਇਨਪੁੱਟ ਦੇ ਨਾਲ ਇੱਕ ਆਊਟਪੁੱਟ ਜ਼ਰੂਰ ਮਿਲ ਸਕਦੀ ਹੈ। ਠੀਕ ਹੈ, ਜਿਵੇਂ ਦੇਖੋ ਮੈਂ ਵੋਲਿਊਮ ਵਾਲੇ ਬਟਨ ਦੀ ਗੱਲ ਕਰ ਰਿਹਾ ਸੀਗਾ। ਵੋਲਿਊਮ ਪਲੱਸ ਵਾਲੇ ਬਟਨ ਨਾਲ ਮੇਰਾ ਵੋਲਿਊਮ ਕੀ ਹੋ ਰਿਹਾ, ਵੱਧ ਰਿਹਾ ਹੈ। ਇੱਕ ਵਾਰ ਇਨਪੁੱਟ ਦਿੱਤੀ, ਮੈਨੂੰ ਆਊਟਪੁੱਟ ਮਿਲ ਗਿਆ। ਇੱਕ ਆਪਣੇ ਟੀਵੀ ਤੇ ਵੀ ਕੁਝ ਬਟਨਸ ਹੁੰਦੇ ਨੇ, ਉੱਥੋਂ ਵੀ ਮੈਂ ਵੋਲਿਊਮ ਵਧਾ ਸਕਦਾ। ਯਾਨੀ ਮੈਂ ਦੋ ਅਲੱਗ-ਅਲੱਗ ਜਗ੍ਹਾ ਤੋਂ ਇਨਪੁੱਟ ਦੇ ਸਕਦਾ, ਬਟ ਕੰਮ ਕੀ ਹੋ ਰਿਹਾ, ਇੱਕੋ ਹੀ ਹੋ ਰਿਹਾ, ਕੰਮ ਸੇਮ ਹੋ ਰਿਹਾ ਹੈ। ਯਾਨੀ ਕਿ ਮੈਂ ਇੱਕ ਵਾਰ ਤਾਂ ਮੈਂ ਟੀਵੀ ਤੋਂ ਆਪਣਾ ਇਨਪੁੱਟ ਦਿੱਤੀ, ਰਿਜ਼ਲਟ ਮੈਨੂੰ ਮਿਲ ਗਿਆ A। ਇੱਕ ਵਾਰ ਮੈਂ ਆਪਣੀ ਟੀਵੀ ਦੇ ਬਟਨਸ ਤੋਂ ਇਨਪੁੱਟ ਦਿੱਤੀ, ਰਿਜ਼ਲਟ ਵੀ ਮੈਨੂੰ ਕੀ ਮਿਲਿਆ, ਸੇਮ A ਹੀ ਮਿਲਿਆ। ਦੈਨ ਇਹ ਪੋਸੀਬਲ ਹੈ ਕਿ ਦੋ ਇਨਪੁੱਟ ਦੇ ਨਾਲ ਇੱਕ ਆਊਟਪੁੱਟ ਆ ਸਕਦੀ ਹੈ, ਦੈਟ ਇਜ਼ ਪੋਸੀਬਲ। ਠੀਕ ਹੈ ਜੀ। ਹੁਣ ਇੱਕ ਇਹਦੀ ਇਨਪੁਟ ਦਿੱਤੀ, ਆਪਾਂ ਨੂੰ ਰਿਜ਼ਲਟ ਮਿਲ ਗਿਆ B। ਦੈਨ ਸਾਰੇ ਐਲੀਮੈਂਟਸ ਇਹਦੀ ਕਵਰ ਹੋ ਗਏ। ਹਰ ਇੱਕ ਐਲੀਮੈਂਟ ਦੀ ਇੱਕ ਯੂਨੀਕ ਇਮੇਜ ਆ ਗਈ। ਐਲੀਮੈਂਟ 1 ਦੀ ਯੂਨੀਕ ਇਮੇਜ A ਹੈ, ਐਲੀਮੈਂਟ 2 ਦੀ ਯੂਨੀਕ ਇਮੇਜ A ਹੈ, ਤੇ 3 ਦੀ ਕੀ ਹੈ ਜੀ, B। ਹਾਂ, ਇੱਧਰ ਕੋਈ ਐਲੀਮੈਂਟ ਬਚ ਜਾਏ ਕੋਈ ਚੱਕਰ ਨਹੀਂ, ਬਟ ਇਹ ਸੈੱਟ ਦੇ ਸਾਰੇ ਐਲੀਮੈਂਟਸ ਦੀ ਇੱਕ ਇਮੇਜ ਹੋਣੀ ਚਾਹੀਦੀ ਹੈ, ਤਾਂ ਉਹ ਆਪਣਾ ਕੀ ਹੈ, ਜਿਹੜਾ ਇੱਕ ਫੰਕਸ਼ਨ ਹੁੰਦਾ ਹੈ। ਕਲੀਅਰ ਹੈ ਜੀ। ਫੰਕਸ਼ਨ ਕੀ ਹੁੰਦਾ ਹੈ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਤਾਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਣੀ ਐਕਸਰਸਾਈਜ਼ 2.3। ਤਾਂ ਆਪਣੇ ਕੋਲੇ ਇਸ ਐਕਸਰਸਾਈਜ਼ ਦਾ ਫਰਸਟ ਕੁਐਸਚਨ ਹੈ, ਜਿਸ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਕਿ ਦੱਸੋ ਇਹ ਫੰਕਸ਼ਨ ਹੈ ਜਾਂ ਨਹੀਂ ਹੈ। ਜੇ ਇਹ ਫੰਕਸ਼ਨ ਹੈ ਤਾਂ ਇਹਦੇ ਡੋਮੇਨ ਤੇ ਰੇਂਜ ਦੱਸੋ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹ ਇੱਕ ਫੰਕਸ਼ਨ ਹੈਗਾ ਜਾਂ ਨਹੀਂ ਹੈਗਾ। ਹੁਣ ਆਪਾਂ ਨੂੰ ਪਤਾ ਹੈ ਫੰਕਸ਼ਨ ਆਪਾਂ ਚੈੱਕ ਕਰਦੇ ਹਾਂ ਦੋ ਸੈੱਟ ਬਣਾ ਕੇ, ਸੈੱਟ A ਤੇ ਸੈੱਟ B। ਠੀਕ ਹੈ ਜੀ। ਹੁਣ ਸੈੱਟ A ਦੇ ਵਿੱਚ ਕਿਹੜੇ ਐਲੀਮੈਂਟਸ ਹੋਣਗੇ, ਜੋ ਆਪਣੇ ਅੱਗੇ ਵਾਲੇ ਹੋਣਗੇ, ਯਾਨੀ ਕਿ x ਵਾਲੇ ਹੋਣਗੇ, ਤੇ ਦੂਸਰਾ ਐਲੀਮੈਂਟ ਹੁੰਦਾ ਆਪਣਾ y ਵਾਲਾ ਹੁੰਦਾ ਹੈਗਾ ਜੀ। ਤਾਂ ਇਹ ਸਾਰੇ ਇਦਾਂ ਨੇ x y x y x y ਐਂਡ ਸੋ ਔਨ। ਸੋ ਜਿਹੜੇ ਆਪਣੇ ਫਰਸਟ ਐਲੀਮੈਂਟਸ ਨੇ ਉਹ ਆਪਣੇ A ਸੈੱਟ ਦਾ ਪਾਰਟ ਹੋਣਗੇ। 2 5 8 11 14 ਤੇ 17। 11 14 ਤੇ 17। ਤੇ B ਸੈੱਟ ਵਿੱਚ ਆਪਣੇ ਹੋਣਗੇ ਜੋ y ਪੇਅਰ ਵਾਲੇ ਪਾਰਟਸ ਹੋਣਗੇ 1 1 1 1 1 1। ਸਾਰਿਆਂ ਵਿੱਚ 1 1 ਹੈ। ਕੀ ਆਪਾਂ ਸਾਰਿਆਂ ਨੂੰ 1 1 ਵਾਰੀ-ਵਾਰੀ ਲਿਖਾਂਗੇ? ਜੀ ਨਹੀਂ, ਆਪਾਂ ਕਦੇ ਵੀ ਇੱਕ ਫੰਕਸ਼ਨ ਨੂੰ ਐਲੀਮੈਂਟ ਨੂੰ ਰਿਪੀਟ ਨਹੀਂ ਕਰਦੇ, ਸਿਰਫ ਆਪਾਂ ਇੱਕ ਵਾਰੀ ਹੀ 1 ਲਿਖਾਂਗੇ। ਠੀਕ ਹੈ ਜੀ। ਹੁਣ ਆਪਣੀ ਫਰਸਟ ਆਈਡੀ 2 ਦੀ ਇਮੇਜ 1 ਬਣਾ ਰਹੇ ਹੈ। ਠੀਕ ਹੈ ਜੀ। 5 ਦੀ ਇਮੇਜ 1 ਬਣਾ ਰਹੇ ਹੈ, 8 ਦੀ ਵੀ 1 ਬਣਾ ਰਹੇ ਹੈ, 11 ਦੀ ਵੀ 1 ਬਣਾ ਰਹੇ ਹੈ, 14 ਦੀ ਵੀ 1 ਬਣਾ ਰਹੇ ਹੈ ਤੇ 17 ਦੀ ਵੀ 1 ਬਣਾ ਰਹੇ ਹੈ। ਜੋ ਆਪਣਾ ਸੈੱਟ A ਹੈ, ਇਹਦੇ ਸਾਰੇ ਦੇ ਸਾਰੇ ਐਲੀਮੈਂਟਸ ਦੀ ਇੱਕ ਯੂਨੀਕ ਇਮੇਜ ਬਣ ਰਹੀ ਹੈ 1। ਠੀਕ ਹੈ ਜੀ। ਸਾਰੇ ਸੈੱਟ ਦੀ ਇਮੇਜ ਬਣ ਰਹੀ ਹੈ 1, ਤਾਂ ਇਹ ਆਪਣਾ ਕੀ ਹੈ, ਫੰਕਸ਼ਨ ਹੈਗਾ ਜੀ। ਯੈਸ, ਇਟ ਇਜ਼ ਅ ਫੰਕਸ਼ਨ। ਜੇ ਫੰਕਸ਼ਨ ਹੈ ਤਾਂ ਇਹਦੀ ਡੋਮੇਨ ਤੇ ਰੇਂਜ ਆਪਾਂ ਦੱਸਣੀ ਹੈ। ਤਾਂ ਇਹਦੀ ਡੋਮੇਨ ਕੀ ਹੋਏਗੀ, ਤੇ ਡੋਮੇਨ ਕੀ ਹੋਏਗੀ, ਡੋਮੇਨ ਕੀ ਹੁੰਦੀ ਹੈ, ਜਿੱਥੋਂ ਆਪਣਾ ਜੋ ਰਿਲੇਸ਼ਨ ਹੈ ਉਹ ਸ਼ੁਰੂ ਹੁੰਦਾ ਹੈ, ਉਹ ਆਪਣੀ ਡੋਮੇਨ ਹੁੰਦੀ ਹੈ। ਜਿੱਥੇ ਤੱਕ ਆਪਣਾ ਰਿਲੇਸ਼ਨ ਜਾਂਦਾ ਹੈ ਉਹ ਆਪਣੀ ਰੇਂਜ ਹੁੰਦੀ ਹੈ। ਤਾਂ ਡੋਮੇਨ ਨਾਲ ਰਿਲੇਸ਼ਨ ਸ਼ੁਰੂ ਕਿੱਥੋਂ ਹੋਏ ਨੇ ਜੀ, ਸੈੱਟ A ਦੇ ਸਾਰੇ ਐਲੀਮੈਂਟਸ ਆ ਜਾਣਗੇ ਆਪਣੇ, ਜਿਸ ਦੇ ਵਿੱਚ ਆਪਣੇ 2 5 8 11 14 ਤੇ 17। ਤੇ ਆਪਣੀ ਰੇਂਜ ਕੀ ਹੋਏਗੀ, ਜਿੱਥੋਂ ਤੱਕ ਇਹ ਰਿਲੇਸ਼ਨ ਗਏ ਨੇ, ਕਿੱਥੇ ਤੱਕ ਗਏ ਨੇ, 1 ਤੱਕ ਗਏ ਨੇ, ਤਾਂ ਆਪਣੀ ਰੇਂਜ ਕੀ ਆ ਜਾਊਗੀ, ਸਿਰਫ 1। ਕਲੀਅਰ। ਸੋ ਆਪਾਂ ਅਗਲੇ ਪਾਰਟ ਦੇਖਦੇ ਹਾਂ। ਸੋ ਇਹ ਹੈ ਜੀ ਆਪਣਾ ਸੈਕੰਡ ਪਾਰਟ ਫਰਸਟ ਕੁਐਸਚਨ ਦਾ। ਇਸ ਦੇ ਵਿੱਚ ਆਪਣੇ ਕੋਲੇ ਸੇਮ ਐਲੀਮੈਂਟਸ ਨੇ, ਆਪਾਂ ਚੈੱਕ ਕਰਾਂਗੇ ਸੈੱਟ A ਬਣਾ ਕੇ ਤੇ ਸੈੱਟ B ਬਣਾ ਕੇ। ਇਹ ਆਪਣਾ ਸੈੱਟ A ਹੈ ਜੀ, ਇਹ ਆਪਣਾ ਸੈੱਟ B ਹੈ। ਇਹ ਸੈੱਟ ਵਿੱਚ ਹੋਣਗੇ ਜੋ x ਵਾਲੇ ਐਲੀਮੈਂਟਸ ਹੋਣਗੇ, 2 ਹੈ ਜੀ, 4 6 8 10 12 and 14। ਠੀਕ ਹੈ ਜੀ। ਤੇ ਸੈੱਟ B ਵਿੱਚ ਆਪਣਾ 1 2 3 4 5 6 7।
1 2 3 4 5 6 and 7 क्लियर। सो ਆਪਾਂ ਸਭ ਤੋਂ ਪਹਿਲਾਂ 2 ਦੀ ਇਮੇਜ 1 ਨਾਲ ਬਣ ਰਹੀ ਹੈ, 4 ਦੀ ਇਮੇਜ 2 ਨਾਲ ਬਣ ਰਹੀ ਹੈ, 6 ਦੀ 3 ਨਾਲ, 8 ਦੀ 4 ਨਾਲ, 10 ਦੀ 5 ਨਾਲ, 12 ਦੀ 6 ਨਾਲ ਤੇ 14 ਦੀ 17 ਨਾਲ। ਸੇਮ ਇਹਦੇ ਵਿੱਚ ਵੀ ਆਪਣੇ ਸੈਟ A ਦੇ ਸਾਰੇ ਐਲੀਮੈਂਟਸ ਦੀ ਇੱਕ ਯੂਨੀਕ ਇਮੇਜ ਹੈ ਜਿਹੜੀ ਉਹ ਆ ਰਹੀ ਹੈ, ਤਾਂ ਇਹ ਵੀ ਆਪਣਾ ਕੀ ਹੈ ਜੀ ਫੰਕਸ਼ਨ ਹੈਗਾ। ਯੈਸ ਇਟ ਇਜ਼ ਅ ਫੰਕਸ਼ਨ। ਜੇ ਫੰਕਸ਼ਨ ਹੈ ਤਾਂ ਇਹਦੀ ਡੋਮੇਨ ਕੀ ਹੋਏਗੀ, ਜਿੱਥੋਂ ਰਿਲੇਸ਼ਨ ਸ਼ੁਰੂ ਹੋਇਆ 2 4 6 8 10 12 ਐਂਡ 14 ਤੇ ਇਹਦੀ ਰੇਂਜ ਕੀ ਹੋਏਗੀ, ਜਿੱਥੋਂ ਤੱਕ ਉਹ ਰਿਲੇਸ਼ਨ ਗਿਆ ਹੈ 1 2 3 4 5 6 and 7 clear है जी। so move to next part of this question। so third part ਵਿੱਚ ਆਪਾਂ ਨੂੰ ਸਿਰਫ ਤਿੰਨ ਪੇਅਰਸ ਗਿਵਨ ਨੇ, ਕਿਹੜੇ ਕਿਹੜੇ ਨੇ ਜੀ ਆਪਾਂ ਦੇਖ ਲੈਣੇ ਆ। ਆਪਾਂ ਫੰਕਸ਼ਨ ਬਣਾਉਣੇ ਆ ਸੈਟ A ਤੇ ਸੈਟ B ਦੇ। ਇਹ ਸੈਟ ਵਿੱਚ ਆਪਣੇ ਕੋਲ 1 1 ਤੇ 2 ਹੈ। 1 ਦੋ ਵਾਰ ਸੋ ਆਪਾਂ ਇੱਕ ਵਾਰ ਹੀ ਲਿਖਾਂਗੇ ਤੇ 2। ਸੈਟ B ਵਿੱਚ ਆਪਣੇ ਕੋਲ 3 5 ਤੇ 5 3 ਤੇ 5 ਦੋ ਐਲੀਮੈਂਟਸ ਨੇ, ਠੀਕ ਹੈ ਜੀ। 1 ਦੀ ਇਮੇਜ ਬਣ ਰਹੀ ਹੈ 3 ਦੇ ਨਾਲ ਤੇ 1 ਦੀ ਇਮੇਜ ਬਣ ਰਹੀ ਹੈ 5 ਦੇ ਨਾਲ ਵੀ। ਨਹੀਂ ਮੈਂ ਤੁਹਾਨੂੰ ਦੱਸਿਆ ਸੀ ਕਦੇ ਵੀ ਇੱਕ ਇਨਪੁਟ ਦੇਣ ਨਾਲ ਦੋ ਆਉਟਪੁੱਟਸ ਨਹੀਂ ਆਉਣਗੇ, ਠੀਕ ਹੈ ਜੀ। ਰਿਮੋਟ ਦੇ ਇੱਕ ਬਟਨ ਦਬਾਉਣ ਨਾਲ ਆਪਣੇ ਦੋ ਕੰਮ ਨਹੀਂ ਹੋ ਸਕਦੇ ਕਿ ਆਵਾਜ਼ ਵੀ ਵਧੇ ਤੇ ਚੈਨਲ ਵੀ ਚੇਂਜ ਹੋਵੇ। ਸੋ ਇਹ ਆਪਣਾ ਫੰਕਸ਼ਨ ਨਹੀਂ ਹੈਗਾ ਜੀ, ਇਟ ਇਜ਼ ਨਾਟ ਅ ਫੰਕਸ਼ਨ। नो ਜੇ ਫੰਕਸ਼ਨ ਨਹੀਂ ਹੈਗਾ ਤਾਂ ਇਹਦੀ ਡੋਮੇਨ ਤੇ ਰੇਂਜ ਵੀ ਨਹੀਂ ਹੋ ਸਕਦੀ। ਕਲੀਅਰ। ਸੋ ਮੂਵ ਕਰਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। ਕੁਐਸਚਨ ਨੰਬਰ 2 ਅੱਜ ਦੇਖਦੇ ਹਾਂ ਕੁਐਸਚਨ ਨੰਬਰ 2। ਕੁਐਸਚਨ ਨੰਬਰ 2 ਦੇ ਵਿੱਚ ਆਪਾਂ ਨੂੰ ਇੱਕ ਫੰਕਸ਼ਨ ਗਿਵਨ ਹੈ। ਫੰਕਸ਼ਨ ਕੀ ਹੈ ਜੀ -mod x। ਹੁਣ ਇਹ ਮੋਡ ਕੀ ਹੁੰਦਾ ਹੈ? ਮੋਡ ਇਹ ਹੁੰਦਾ ਹੈ, ਮੰਨ ਲਓ ਮੋਡ ਦੇ ਵਿੱਚ ਆਪਣੀ ਕੋਈ ਵੀ ਨੰਬਰ ਹੈ -4 ਹੈ -2 ਹੈ, ਤਾਂ ਮੋਡ ਦੀ ਇਹ ਖਾਸੀਅਤ ਹੈ ਕਿ ਮੋਡ ਆਪਣੇ ਅੰਦਰ ਵਾਲੇ ਸਾਰੇ 네ਗੇਟਿਵ ਨੰਬਰਸ ਨੂੰ ਕੀ ਕਰ ਦੂਗਾ, ਪੋਜ਼ਿਟਿਵ ਕਰ ਦੂਗਾ। ਯਾਨੀ ਕਿ ਜਦੋਂ ਆਪਾਂ ਨੂੰ ਓਪਨ ਕਰਾਂਗੇ ਤਾਂ ਸਿਰਫ 2 ਆਏਗਾ, ਮਾਈਨਸ ਇਹ ਖਤਮ ਕਰ ਦੇਗਾ। ਇਹ ਮੋਡ ਦੀ ਖਾਸੀਅਤ ਹੈ ਜੀ। हाँ जे मोड ਦੇ ਵਿੱਚ ਕੋਈ ਪੋਜ਼ਿਟਿਵ ਨੰਬਰ ਹੈ ਤਾਂ ਉਹ ਕੀ ਰਹੇਗਾ, ਪੋਜ਼ਿਟਿਵ ਹੀ ਰਹੇਗਾ ਉਹ ਤਾਂ। ਬਟ ਇਹ ਕੋਈ ਮਾਈਨਸ ਨੰਬਰ ਹੈ, 네ਗੇਟਿਵ ਨੰਬਰ ਹੈ, ਤਾਂ 네ਗੇਟਿਵ ਨੰਬਰ ਨੂੰ ਕੀ ਕਰ ਦੇਗਾ, ਪੋਜ਼ਿਟਿਵ ਚ ਕਨਵਰਟ ਕਰ ਦੇਗਾ। ਠੀਕ ਹੈ ਜੀ। ਪਤਾ ਚੱਲ ਗਿਆ ਕਿ ਮੋਡ ਕੀ ਹੁੰਦਾ ਹੈਗਾ। ਸੋ ਮੋਡ ਦਾ ਮਤਲਬ ਇੱਥੇ ਇਹੀ ਹੈ ਕਿ ਅਗਰ x ਦੀ ਵੈਲਿਊ 네ਗੇਟਿਵ ਹੈ ਤਾਂ ਉਹ ਵੀ ਕੀ ਹੋ ਜਾਏਗੀ, ਪੋਜ਼ਿਟਿਵ ਹੋ ਜਾਏਗੀ। ਤਾਂ ਸਭ ਤੋਂ ਪਹਿਲਾਂ ਆਪਣਾ ਜੋ ਫੰਕਸ਼ਨ ਹੈ f of x, ਇਹਨੂੰ ਆਪਾਂ y ਵੀ ਮੰਨ ਸਕਦੇ ਹਾਂ। ਇਹ ਕੀ ਹੈ ਜੀ, y ਹੈ। ठीक है, y ही अपना f of x ਹੁੰਦਾ। क्यों ਹੁੰਦਾ ਉਹ ਆਪਾਂ ਅੱਗੇ ਜਾ ਕੇ ਆਪਾਂ ਐਕਸਰਸਾਈਜ਼ ਵਿੱਚ ਦੇਖਾਂਗੇ। ਦੈਨ ਆਪਾਂ ਨੇ ਪਤਾ ਕਰਨਾ ਹੈਗਾ ਕਿ ਜੋ ਆਪਣਾ x ਹੈ ਇਹਨੂੰ ਆਪਾਂ ਖੋਲਣਾ ਪਹਿਲਾਂ, ਸਭ ਤੋਂ ਪਹਿਲੀ ਗੱਲ। ਹੁਣ x ਦੀ ਥਾਂ ਤੇ ਆਪਾਂ ਕੀ ਪੁੱਟ ਕਰ ਸਕਦੇ ਹਾਂ। ਹੁਣ ਕੋ ਇਹ ਸਾਰੇ ਆਪਣੇ ਫੰਕਸ਼ਨ ਕੀ ਨੇ, ਰੀਅਲ ਫੰਕਸ਼ਨਸ ਨੇ। ਆਪਾਂ ਨੂੰ ਕੁਐਸਚਨ ਵਿੱਚ ਗਿਵਨ ਹੈ ਰੀਅਲ ਫੰਕਸ਼ਨਸ ਨੇ। ਹੁਣ x ਦੀ ਜਗ੍ਹਾ ਤੇ ਜੇ ਮੈਂ ਕੋਈ ਵੀ ਵੈਲਿਊ ਪੁੱਟ ਕਰਾਂ, ਜਾਂ ਤਾਂ 네ਗੇਟਿਵ ਵੈਲਿਊਜ਼ ਹੋਣਗੀਆਂ ਜਾਂ ਪੋਜ਼ਿਟਿਵ ਵੈਲਿਊਜ਼ ਹੋਣਗੀਆਂ। बट जे कोई नेगेटिव वैल्यू पुट करूंगा मैं x की थां ते, तो मॉड ਉਹਨੂੰ ਕੀ ਕਰ ਦੇਗਾ, ਪੋਜ਼ਿਟਿਵ ਕਰ ਦੇਗਾ। ਬਟ ਇਹ ਅੱਗੇ ਮਾਈਨਸ ਹੈ। ਸਭ ਤੋਂ ਪਹਿਲਾਂ ਦੇਖੋ, ਜੇ ਮੈਂ ਜੋ ਮੋਡ x ਦੀ ਵੈਲਿਊ ਹੈ ਉਹ ਕਿੰਨੀ ਆਏਗੀ, ਜੇ ਤਾਂ ਮੈਂ ਕੋਈ 네ਗੇਟਿਵ ਵੈਲਿਊ ਪੁੱਟ ਕਰਾਂ ਤਾਂ ਪੋਜ਼ਿਟਿਵ ਹੋ ਜਾਏਗੀ। ਪੋਜ਼ਿਟਿਵ ਤਾਂ ਪੋਜ਼ਿਟਿਵ ਰਹਿਣੀ ਹੀ ਹੈ। ਯਾਨੀ ਕਿ ਜਾਂ ਤਾਂ ਜੇ ਮੈਂ 0 ਪੁੱਟ ਕਰਾਂ 0 ਆਏਗੀ, ਜਾਂ ਕੀ ਆਏਗੀ, ਪੋਜ਼ਿਟਿਵ ਆਏਗੀ। ਪੋਜ਼ਿਟਿਵ ਯਾਨੀ ਕਿ 0 ਤੋਂ ਵੱਡੀ, ਜਾਂ ਤਾਂ 0 ਆਏਗੀ ਜਾਂ 0 ਤੋਂ ਵੱਡੀ ਵੈਲਿਊ ਹੈ। ਬਟ ਹੁਣ ਮੇਰੇ ਕੋਲ ਕੀ ਹੈ, -mod x ਹੈ। ਇਹ ਤਾਂ ਪਤਾ ਚੱਲ ਗਿਆ ਕਿ mod x ਦੀ ਵੈਲਿਊ ਤਾਂ ਪੋਜ਼ਿਟਿਵ ਹੀ ਆਉਣੀ ਹੈ। ਬਟ ਇਹ ਮਾਈਨਸ ਹੁਣ ਮੋਡ ਦੇ ਬਾਹਰ ਹੈ। ਠੀਕ ਹੈ। ਹੁਣ ਇਹ ਵੈਲਿਊ ਮੇਰੀ ਕੀ ਹੈ, ਜਿਵੇਂ ਮੰਨ ਲਓ ਉਰੇ ਇਸ ਤਰ੍ਹਾਂ ਸੀਗੀ, x ਦੀ ਵੈਲਿਊ ਕੀ ਸੀ, -2 ਸੀ। -2 ਦਾ ਪੋਜ਼ਿਟਿਵ ਹੋ ਗਿਆ, +2 ਹੋ ਗਿਆ। ਬਟ ਜਿਹੜਾ ਬਾਹਰ ਮਾਈਨਸ ਹੈ ਉਹ ਬਾਹਰ ਹੀ ਰਹੇਗਾ। ਠੀਕ ਹੈ ਜੀ। ਤਾਂ ਯਾਨੀ ਕਿ ਇਹ ਤਾਂ ਵੈਲਿਊ ਮੇਰੀ ਪੋਜ਼ਿਟਿਵ ਹੋਗੀ, ਬਟ ਜਿਹੜਾ ਅੱਗੇ ਮਾਈਨਸ ਲੱਗਿਆ ਹੋਇਆ ਉਹ ਉਸ ਵੈਲਿਊ ਨੂੰ ਕੀ ਕਰ ਦੇਗਾ, 네ਗੇਟਿਵ ਕਰ ਦੇਗਾ। ਯਾਨੀ ਕਿ ਜਾਂ ਤਾਂ ਮੇਰੀ ਵੈਲਿਊ 0 ਹੋ ਸਕਦੀ ਹੈ, ਜਾਂ ਫਿਰ 0 ਤੋਂ ਛੋਟੀ ਹੋਵੇਗੀ ਜਾਂ 네ਗੇਟਿਵ ਹੋਵੇਗੀ, -mod x ਦੀ ਵੈਲਿਊ। ਠੀਕ ਹੈ ਜੀ। ਸੋ ਇਹ ਤਾਂ ਆਪਣਾ ਹੋ ਗਿਆ ਫੰਕਸ਼ਨ। ਸੋ ਹੁਣ ਆਪਾਂ ਕੱਢਣੀ ਹੈ ਇਹਦੀ ਡੋਮੇਨ ਤੇ ਇਹਦੀ ਰੇਂਜ। ਡੋਮੇਨ ਕੀ ਹੋਏਗੀ, ਫੰਕਸ਼ਨ ਦੀ ਵੈਲਿਊ ਆਪਾਂ ਕੀ ਪੁੱਟ ਕਰ ਸਕਦੇ ਹਾਂ। ਕੋਈ ਵੀ ਆਪਾਂ ਜਦੋਂ 네ਗੇਟਿਵ ਪੁੱਟ ਕਰਾਂਗੇ ਜਾਂ ਪੋਜ਼ਿਟਿਵ ਪੁੱਟ ਕਰਾਂਗੇ,
यानी कि ਆਪਾਂ ਇੱਕ ਰੀਅਲ ਨੰਬਰ ਪੁੱਟ ਕਰਾਂਗੇ, ਕੋਈ ਵੀ ਆਪਾਂ ਰੀਅਲ ਨੰਬਰ ਇੱਥੇ ਪੁੱਟ ਕਰ ਸਕਦੇ ਹਾਂ। ਆਪਾਂ ਨੂੰ ਦੱਸਿਆ ਨਹੀਂ ਹੋਇਆ ਕਿ ਆਪਾਂ ਕੀ ਪੁੱਟ ਕਰਨਾ ਹੈ। ਸੋ ਡੋਮੇਨ ਦੀ ਆਪਣੀ ਕੀ ਆਏਗੀ, ਇੱਕ ਰੀਅਲ ਨੰਬਰ ਹੀ ਆਏਗੀ। ਕੋਈ ਵੀ ਰੀਅਲ ਨੰਬਰ ਆਪਾਂ ਇੱਥੇ ਪੁੱਟ ਕਰ ਸਕਦੇ ਹਾਂ ਜੀ, ਠੀਕ ਹੈ ਜੀ। ਰੇਂਜ ਕੀ ਆਏਗੀ ਹੁਣ, ਠੀਕ ਹੈ, ਮੈਂ ਇੱਥੇ ਕੋਈ ਵੀ ਰੀਅਲ ਨੰਬਰ ਪੁੱਟ ਕਰਤਾ, x ਦੀ ਵੈਲਿਊ ਮਾਈਨਸ ਪੁੱਟ ਕਰਤੀ, ਪੋਜ਼ਿਟਿਵ ਚ ਪੁੱਟ ਕਰਤੀ। ਮੈਨੂੰ ਪਤਾ ਹੈ ਕਿ ਜਾਂ ਤਾਂ ਵੈਲਿਊ 0 ਆਏਗੀ ਜਾਂ 0 ਤੋਂ ਛੋਟੀ ਮਾਈਨਸ ਵਿੱਚ ਆਏਗੀ, ਕਿਉਂਕਿ ਮਾਈਨਸ ਮੋਡ x ਹੈ। ਜਾਂ ਤਾਂ ਆਪਣੀ ਵੈਲਿਊ 0 ਆਏਗੀ ਜਾਂ 0 ਤੋਂ ਛੋਟੀ ਆਏਗੀ, ਮਾਈਨਸ ਚ ਆਏਗੀ। ਹੁਣ ਮਾਈਨਸ ਚ ਕੁਝ ਵੀ ਆ ਸਕਦੀ ਹੈ। ਸੋ ਜਿਹੜੀ ਆਪਣੀ ਰੇਂਜ ਹੈ ਉਹ ਕੀ ਹੋਏਗੀ, ਜਾਂ ਤਾਂ 0 ਹੋਏਗੀ ਜਾਂ 0 ਤੋਂ ਛੋਟੀ ਆਪਣੀ ਮਾਈਨਸ ਇਨਫਿਨਿਟੀ ਤੱਕ ਕੁਝ ਵੀ ਹੋ ਸਕਦੀ ਹੈ। ਸੋ 0 ਲਈ ਮੈਂ ਕਲੋਜ਼ ਇੰਟਰਵਲ ਯੂਜ਼ ਕਰੂੰਗਾ, ਕਿਉਂਕਿ 0 ਤਾਂ ਹੋ ਹੀ ਸਕਦੀ ਹੈ, ਬਟ 0 ਤੋਂ ਛੋਟੀ ਕਿੰਨੀ ਹੋ ਸਕਦੀ ਹੈ ਉਹ ਆਪਾਂ ਕਹਿ ਨਹੀਂ ਸਕਦੇ, ਤਾਂ ਇੱਥੇ ਮੈਂ ਓਪਨ ਇੰਟਰਵਲ ਯੂਜ਼ ਕਰੂੰਗਾ। ਸੋ ਮਾਈਨਸ ਇਨਫਿਨਿਟੀ ਤੋਂ ਲੈ ਕੇ 0 ਤੱਕ ਕੋਈ ਵੀ ਵੈਲਿਊ ਜਿਹੜੀ ਆਪਣੀ ਰੇਂਜ ਵਿੱਚ ਹੋ ਸਕਦੀ ਹੈ, ਇਹ ਪੋਸੀਬਿਲਿਟੀ, ਠੀਕ ਹੈ ਜੀ। ਸੋ ਆਪਣਾ ਫਰਸਟ ਪਾਰਟ ਸੀਗਾ। ਸੋ ਦੇਖਦੇ ਹਾਂ ਆਪਾਂ ਕੁਐਸਚਨ ਨੰਬਰ 2 ਦਾ ਸੈਕੰਡ ਪਾਰਟ। ਹੁਣ ਆਪਣੇ ਕੋਲੇ ਸੈਕੰਡ ਪਾਰਟ ਹੈ। ਸੈਕੰਡ ਪਾਰਟ ਦੇ ਵਿੱਚ ਆਪਾਂ ਨੂੰ ਗਿਵਨ ਹੈ ਕਿ ਜੋ ਫੰਕਸ਼ਨ ਹੈ, ਫੰਕਸ਼ਨ ਕੀ ਹੈ, y ਹੈ, ਕਿੰਨਾ ਜੀ 9 - x² ਦੀ ਸਕੁਅਰ ਰੂਟ, ਠੀਕ ਹੈ ਜੀ। ਇਹ ਆਪਣਾ ਫੰਕਸ਼ਨ ਹੈ। ਹੁਣ ਆਪਾਂ x ਦੀ ਵੈਲਿਊ ਆਪਾਂ ਡਿਫਾਈਨ ਕਰਨੀ ਹੈ। x ਦੀ ਵੈਲਿਊ ਜੋ ਕਿੱਥੋਂ ਕਿੱਥੇ ਤੱਕ ਲਾਈ ਕਰਦੀ ਹੈ। ਸੋ ਆਪਾਂ ਕਿੱਦਾਂ ਫਾਈਂਡ ਕਰਾਂਗੇ, ਸਭ ਤੋਂ ਪਹਿਲਾਂ x ਨੂੰ ਤੁਸੀਂ 0 ਪੁੱਟ ਕਰੋ, x = 0। ਜਦੋਂ x ਨੂੰ 0 ਪੁੱਟ ਕੀਤਾ ਤਾਂ ਇਹ ਤਾਂ ਆਪਣਾ 0 ਹੋ ਗਿਆ। ਸੋ ਬਚਿਆ ਆਪਣੇ ਕੋਲੇ √9, √9 ਹੁੰਦਾ ਜੀ ਆਪਣਾ 3। ਆਪਣੀ ਜੋ y ਹੈ ਕਿੰਨਾ ਆ ਗਿਆ, 3 ਆ ਗਿਆ। ਹੁਣ x ਨੂੰ 1 ਪੁੱਟ ਕਰੋ, ਜੇ x ਨੂੰ 1 ਪੁੱਟ ਕੀਤਾ ਤਾਂ 9 - 1 ਦਾ ਸਕੁਅਰ 1 ਹੁੰਦਾ ਹੈਗਾ, 1 ਦਾ ਸਕੁਅਰ 1 ਹੁੰਦਾ ਤਾਂ 9 - 1 ਕਿੰਨਾ ਹੋ ਗਿਆ ਜੀ, 8 ਹੋ ਗਿਆ, √8। ਸੋ √8 ਦੀ ਵੈਲਿਊ ਵੀ ਆਪਣੀ 2 ਪੁਆਇੰਟ ਕੁछ ਸਮਥਿੰਗ ਆएगी, ठीक है जी। तो y की वैल्यू अपनी 2 ਪੁਆਇੰਟ ਕੁछ आएगी। और जे x ਨੂੰ -1 ਪੁੱਟ ਕਰਾਂ, x ਨੂੰ -1 ਪੁੱਟ ਕਰਾਂ ਤਾਂ ਦੇਖੋ x ਨੂੰ -1 ਪੁੱਟ ਕੀਤਾ, -1 ਦਾ ਸਕੁਅਰ ਕਰਨਾ ਹੈ। ਹੁਣ 1 ਦਾ ਸਕੁਅਰ ਤਾਂ 1 ਆ ਗਿਆ, ਤੇ ਮਾਈਨਸ ਦਾ ਸਕੁਅਰ ਮਾਈਨਸ ਮਾਈਨਸ ਹੁੰਦਾ ਜੀ ਆਪਣਾ ਪਲੱਸ, ਤਾਂ ਵੀ ਆਪਣਾ 1 ਹੀ ਆਏਗਾ, ਠੀਕ ਹੈ ਜੀ। 1 ਆਏਗਾ। 9 ਇਹ ਮਾਈਨਸ ਤਾਂ ਹੈਗਾ ਹੀ ਹੈ, ਤੇ x ਦੀ ਵੈਲਿਊ -1 ਪੁੱਟ ਕਰਕੇ ਆਪਣੀ -1 ਦਾ ਸਕੁਅਰ ਵੀ ਕਿੰਨਾ ਆ ਗਿਆ, 1 ਆ ਗਿਆ। ਸੋ ਇਹ ਵੀ ਆਪਣਾ √8 ਹੀ ਬਚੇਗਾ। ਸੋ √8 ਫਿਰ ਕਿੰਨਾ ਆ ਗਿਆ ਆਪਣਾ 2 ਪੁਆਇੰਟ ਕੁछ ਆਏਗਾ। यानी कि ਜੇ ਮੈਂ x ਨੂੰ ਪੋਜ਼ਿਟਿਵ ਵੈਲਿਊ ਪੁੱਟ ਕਰਾਂ, ਉਹੀ ਸੇਮ ਵੈਲਿਊ ਨੈਗੇਟਿਵ ਚ ਪੁੱਟ ਕਰਾਂ ਤਾਂ ਆਪਣਾ ਰਿਜ਼ਲਟ ਸੇਮ ਆ ਰਿਹਾ। ਹੁਣ ਜੇ 2 ਪੁੱਟ ਕਰਾਂ ਚਾਹੇ -2 ਪੁੱਟ ਕਰਾਂ, ਰਿਜ਼ਲਟ ਤਾਂ ਸੇਮ ਆਏਗਾ। ਇਦਾਂ ਹੀ 3 ਪੁੱਟ ਕਰਾਂ, -3 ਪੁੱਟ ਕਰਾਂ, ਰਿਜ਼ਲਟ ਸੇਮ ਹੀ ਆਣਾ, ਠੀਕ ਹੈ ਜੀ। ਤਾਂ ਰਿਜ਼ਲਟ ਤਾਂ ਸੇਮ ਹੀ ਆਣੇਗਾ। ਤਾਂ ਜੋ x ਦੀ ਵੈਲਿਊ ਹੈਗੀ ਉਹ ਕਿੱਥੋਂ ਤੱਕ ਲਾਈ ਕਰਦੀ ਹੈ। ਹੁਣ ਜੇ ਮੈਂ x ਦੀ ਵੈਲਿਊ ਨੂੰ 3 ਪੁੱਟ ਕਰਦਾ, ਹੁਣ 3 ਦਾ ਸਕੁਅਰ 9 ਹੁੰਦਾ ਹੈ। ਸੋ 9 - 9 ਕਿੰਨਾ ਆ ਗਿਆ, 0 ਆ ਗਿਆ। ਜਦੋਂ x ਨੂੰ ਮੈਂ 3 ਜਾਂ -3 ਪੁੱਟ ਕਰਦਾ ਤਾਂ ਜਿਹੜਾ ਆਪਣਾ y ਹੈ ਕਿੰਨਾ ਆਏਗਾ, 0 ਆਏਗਾ, ਕਿਉਂਕਿ 9 - 9 0 ਹੋ ਗਿਆ, ਠੀਕ ਹੈ ਜੀ। ਜੇ ਮੈਂ x ਦੀ ਵੈਲਿਊ 4 ਪੁੱਟ ਕਰਦਾ ਤਾਂ 4 ਦਾ ਸਕੁਅਰ ਕਿੰਨਾ ਹੁੰਦਾ, 16। ਹੁਣ 9 ਤੋਂ 16 ਮਾਈਨਸ ਕਰਾਂਗੇ ਤੇ ਉਹਦਾ ਅੰਡਰ ਰੂਟ ਕੱਢਾਂਗੇ ਤਾਂ ਅੰਡਰ ਰੂਟ ਵਿੱਚ ਆਪਣੇ ਕੋਲੇ ਆ ਗਿਆ ਜੀ -7, ਤੇ ਰੂਟ ਦੇ ਵਿੱਚ ਕਦੇ ਵੀ ਮਾਈਨਸ ਸੋਲਵ ਨਹੀਂ ਹੁੰਦਾ, ਤਾਂ ਮਤਲਬ 4 ਆਪਾਂ ਵੈਲਿਊ ਇਹਦੀ ਲੈ ਹੀ ਨਹੀਂ ਸਕਦੇ, ਠੀਕ ਹੈ ਜੀ। ਸੋ ਜਿਹੜੀ ਇਹਦੀ ਵੈਲਿਊ ਹੈਗੀ ਉਹ ਲਾਈ ਕਰੂਗੀ, ਤਾਂ ਇਹਦੀ ਵੈਲਿਊ ਜਿਹੜੀ ਮੈਕਸਿਮਮ ਵੈਲਿਊ ਇਹਦੀ ਲਾਈ ਕਰ ਦੇਗੀ 3, ਤੇ ਮਿਨੀਮਮ ਵੈਲਿਊ ਪੁੱਟ ਕਰਾਂਗੇ ਆਪਾਂ -3। ਇਸ ਤੋਂ ਬਾਹਰ ਆਪਾਂ ਜੇ ਕੋਈ ਵੈਲਿਊ ਪੁੱਟ ਕਰਾਂਗੇ ਤਾਂ ਉਹਦਾ ਰਿਜ਼ਲਟ ਆਪਾਂ ਨੂੰ ਨਹੀਂ ਮਿਲਣਾ, ਠੀਕ ਹੈ ਜੀ। ਤਾਂ ਜੋ x ਦੀ ਵੈਲਿਊ ਹੈ ਉਹ ਪੁੱਟ ਕਰੀਏ -3 ਤੋਂ ਲੈ ਕੇ 3 ਤੱਕ, ਕਲੀਅਰ ਹੈ ਜੀ। ਤੇ ਇਹੀ ਆਪਣੀ ਕੀ ਹੈ, ਡੋਮੇਨ ਹੈ। ਤੇ ਰੇਂਜ ਇਹਦੀ ਕੀ ਹੋਏਗੀ, ਡੋਮੇਨ ਕੀ ਹੋਏ ਜਿੱਥੋਂ ਆਪਣਾ ਰਿਲੇਸ਼ਨ ਸ਼ੁਰੂ ਹੁੰਦਾ। ਹੁਣ ਆਪਾਂ -3 ਪੁੱਟ ਕੀਤਾ, ਕੁਝ ਰਿਜ਼ਲਟ ਆਇਆ, ਇਦਾਂ ਹੀ -2 -1 0 1 2 3 ਕੁਝ ਪੁੱਟ ਕਰਾਂਗੇ ਆਪਾਂ ਨੂੰ ਕੁਝ ਨਾ ਕੁਝ ਰਿਜ਼ਲਟ ਆਏਗਾ। ਉਹ ਰਿਜ਼ਲਟ ਕੀ ਆਏਗਾ ਉਹ ਆਪਣੀ ਕੀ ਹੈ, ਰੇਂਜ ਹੈ, ਠੀਕ ਹੈ। ਹੁਣ -3 ਪੁੱਟ ਕਰਾਂਗੇ, ਰਿਜ਼ਲਟ ਆਪਣਾ ਕਿੰਨਾ ਆਇਆ ਜੀ, 0 ਆਇਆ, ਠੀਕ ਹੈ। ਇਦਾਂ ਹੀ ਆਪਾਂ 0 ਪੁੱਟ ਕਰਾਂਗੇ, ਰਿਜ਼ਲਟ ਕਿੰਨਾ ਆਇਆ ਆਪਾਂ ਨੂੰ, 3 ਰਿਜ਼ਲਟ ਆਇਆ ਸੀਗਾ, 3 ਆਇਆ ਸੀਗਾ। ਉਹਦੇ 1 ਪੁੱਟ ਕਰਾਂਗੇ, ਰਿਜ਼ਲਟ ਛੋਟਾ ਹੋਊਗਾ 3 ਤੋਂ। यानी कि जो अपने रिजल्ट्स आउणगे ये -3 -2 -1 0 1 2 3 ਇਹਨਾਂ ਨੂੰ ਪੁੱਟ ਕਰਕੇ ਜੋ ਰਿਜ਼ਲਟ ਆਉਣਗੇ ਉਹਨਾਂ ਦੀ ਜੋ ਵੈਲਿਊ ਹੈ
ਉਹ 0 ਤੋਂ ਲੈ ਕੇ 3 ਤੱਕ ਹੀ ਲਾਈ ਕਰੂਗੀ। ਤੁਸੀਂ ਇਹ ਕੱਲਾ ਸੋਲਵ ਕਰਕੇ ਦੇਖ ਸਕਦੇ ਹੋ। ਤਾਂ ਇਹ ਆਪਣੀ ਕੀ ਆ ਗਈ, ਰੇਂਜ ਆ ਗਈ 0 ਤੋਂ ਲੈ ਕੇ 3। ਕਲੀਅਰ ਹੈ ਜੀ। ਜੇ ਕਲੀਅਰ ਨਹੀਂ ਹੋਇਆ ਤਾਂ ਤੁਸੀਂ ਇਸ ਕੁਐਸਚਨ ਨੂੰ ਦੁਬਾਰਾ ਪਿੱਛੇ ਬੈਕ ਕਰਕੇ ਦੇਖ ਸਕਦੇ ਹੋਗੇ। ਬਹੁਤ ਈਜ਼ੀ ਕੁਐਸਚਨ ਹੈ, ਕਨਸੈਪਟ ਥੋੜਾ ਜਿਹਾ ਹਾਰਡ ਹੈ ਬਟ ਤੁਹਾਨੂੰ ਸਮਝ ਆ ਜਾਏਗਾ ਜੇ ਤੁਸੀਂ ਇੱਕ ਦੋ ਵਾਰ ਹੋਰ ਇਸ ਕੁਐਸਚਨ ਨੂੰ ਚੰਗੀ ਤਰ੍ਹਾਂ ਦੇਖੋਗੇ। ਸੋ ਮੂਵ ਕਰਦੇ ਆਪਣੇ ਨੈਕਸਟ ਕੁਐਸਚਨ ਦੇ ਵੱਲ, ਕੁਐਸਚਨ ਨੰਬਰ 3। ਸੋ ਨੈਕਸਟ ਕੁਐਸਚਨ ਆਪਣਾ ਬਹੁਤ ਜ਼ਿਆਦਾ ਈਜ਼ੀ ਕੁਐਸਚਨ ਹੈ। ਇਸ ਦੇ ਵਿੱਚ ਆਪਣੇ ਕੋਲ ਇੱਕ ਫੰਕਸ਼ਨ ਗਿਵਨ ਹੈ। ਫੰਕਸ਼ਨ ਕੀ ਹੈ, 2x - y। ਤੇ ਆਪਾਂ ਨੇ ਫਾਈਂਡ ਕਰਨੇ ਨੇ f(0), f(7) ਤੇ f(-3). यानी कि जो अपनी x ਦੀਆਂ ਵੈਲਿਊਜ਼ ਨੇ ਉਹ ਕੀ ਨੇ, 0 ਹੈ, 7 ਹੈ ਤੇ -3 ਹੈ। ਜਸਟ ਆਪਾਂ ਨੇ ਜੋ ਫੰਕਸ਼ਨ ਗਿਵਨ ਹੈ ਇਹਦੇ ਵਿੱਚ x ਦੀ ਵੈਲਿਊ ਪੁੱਟ ਕਰਕੇ ਆਨਸਰ ਆਪਾਂ ਨੇ ਕੱਢ ਲੈਣਾ। ਠੀਕ ਹੈ ਜੀ। x ਕਿੰਨੀ ਹੈ, 0 ਹੈ ਤਾਂ ਆਪਾਂ x ਨੂੰ 0 ਪੁੱਟ ਕਰਾਂਗੇ। 2 x ਦੀ ਵੈਲਿਊ 0 ਪੁੱਟ ਕੀਤੀ, ਕਿੰਨਾ ਹੈ ਜੀ, 2 ਦੀ ਮਲਟੀਪਲਾਈ 0 ਨਾਲ ਕਰਾਂਗੇ ਤਾਂ 0 ਆਏਗਾ ਤੇ -5। 0 - 5 ਕਿੰਨਾ ਹੁੰਦਾ ਜੀ ਆਪਣਾ, 5 ਹੁੰਦਾ। दैट इज आंसर। ठीक है जी। सो इदा ही अगला क्वेश्चन है, x की वैल्यू कितनी है, 7 है। सो ਆਪਾਂ x ਦੀ ਵੈਲਿਊ 7 ਪੁੱਟ ਕਰਾਂਗੇ, -5 ਹੈ। 2 7 ਦਾ 14 -5, 14 ਤੋਂ 5 ਮਾਈਨਸ ਕਰਾਂਗੇ ਆਪਣੇ ਕੋਲ 9 ਬਚਦੇ ਨੇ। दैट इज आंसर। इदा ही अपनी x ਦੀ ਵੈਲਿਊ ਹੈ -3। सो x ਦੀ ਵੈਲਿਊ ਆਪਾਂ -3 ਪੁੱਟ ਕਰਾਂਗੇ, -5 है जी। 2 3 ਦਾ 6 बट एक माइनस है तो -6 आ जाएगा, -5। ਹੁਣ ਆਪਾਂ ਨੂੰ ਪਤਾ ਹੈ ਕਿ ਮਾਈਨਸ ਮਾਈਨਸ ਕੀ ਹੁੰਦਾ ਜੀ, ਪਲੱਸ ਹੁੰਦਾ ਹੈ। ਸੋ ਇਹਨਾਂ ਦਾ ਪਲੱਸ ਹੋਏਗਾ, 6 ਤੇ 5 ਹੁੰਦੇ ਨੇ 11। ਤੇ ਦੋਨਾਂ ਵਿੱਚ ਜੋ ਸੰਖਿਆ ਵੱਡੀ ਹੈ ਉਹਦੇ ਅੱਗੇ ਜੋ ਸਾਈਨ ਹੁੰਦਾ ਹੈ ਉਹੀ ਆਪਣਾ ਸਾਈਨ ਲੱਗਦਾ ਹੁੰਦਾ ਹੈ। ਸੋ ਵੱਡਾ ਇਹਨਾਂ ਵਿੱਚੋਂ 6 ਹੈ ਜੀ, 6 ਅੱਗੇ ਮਾਈਨਸ ਦਾ ਚਿੰਨ੍ਹ ਹੈ, ਸੋ ਅੱਗੇ ਲੱਗੇਗਾ ਮਾਈਨਸ। ਇਹ ਗੱਲ ਕਲੀਅਰ ਹੈ ਜੀ। ਸੋ ਮੂਵ ਕਰਦੇ ਆਪਣੇ ਫੋਰਥ ਕੁਐਸਚਨ ਦੇ ਵੱਲ। ਸੋ ਆਪਣਾ ਜੋ ਫੋਰਥ ਕੁਐਸਚਨ ਹੈ ਉਹ ਤੁਸੀਂ ਕੁਐਸਚਨ ਦੇਖ ਕੇ ਨਹੀਂ ਘਬਰਾਉਣਾ। ਉਹਦੇ ਵਿੱਚ ਆਪਾਂ ਨੂੰ ਟੈਂਪਰੇਚਰ, ਡਿਗਰੀ, ਸੈਲਸੀਅਸ, ਫਾਰਨਾਈਟ ਪਤਾ ਨਹੀਂ ਕੀ ਹੈ। ਤੁਸੀਂ ਸਿੰਪਲੀ ਕੀ ਦੇਖਣਾ ਹੈ, ਜੋ ਆਪਣਾ ਫੰਕਸ਼ਨ ਗਿਵਨ ਹੈ, ਇਹ ਆਪਣਾ ਫੰਕਸ਼ਨ ਗਿਵਨ ਹੈ ਜੀ। ਤਾਂ ਆਪਾਂ ਨੇ ਫਾਈਂਡ ਕਰਨਾ ਹੈ T(0). ਬੇਸਿਕਲੀ T ਇੱਥੇ ਟੈਂਪਰੇਚਰ ਦਿੱਤਾ ਹੋਏਗਾ ਬਟ ਆਪਾਂ ਨੇ ਸਿੰਪਲੀ ਦੇਖਣਾ ਕਿ ਜੋ x ਦੀ ਵੈਲਿਊ ਆਪਣੀ x ਹੋਰੇ ਕੀ ਹੈ, c ਹੈ, c ਨਾਲ ਡਿਨੋਟ ਕੀਤਾ ਹੋਇਆ ਹੈ। ਤਾਂ c ਦੀ ਵੈਲਿਊ ਕਿੰਨੀ ਹੈ, 0 ਹੈ। ਸਿੰਪਲੀ ਆਪਾਂ ਨੇ ਇਹ ਵੈਲਿਊ ਆਪਣੇ c ਦੀ ਜਗ੍ਹਾ ਤੇ ਪੁੱਟ ਕਰ ਦੇਣੀ ਹੈ। ਠੀਕ ਹੈ ਜੀ। ਸੋ ਆਪਣਾ ਫੰਕਸ਼ਨ ਕੀ ਹੈ, 9। c ਦੀ ਵੈਲਿਊ ਆਪਾਂ ਨੇ 0 ਰੱਖੀ, नीचे 5 है जी, प्लस 32। सो 9 ਨੂੰ 0 ਨਾਲ ਮਲਟੀਪਲਾਈ ਕਰਾਂਗੇ 0 ਆਏਗਾ, ਤਾਂ 0 ਨੂੰ 5 ਨੂੰ 0 ਤੇ ਡਿਵਾਈਡ ਕਰਾਂਗੇ ਤਾਂ 0 ਆਏਗਾ। ਸੋ ਇਹ ਤਾਂ ਆਪਣਾ ਹੋਗਾ ਸਾਰਾ ਫੰਕਸ਼ਨ 0 0 प्लस 32 इक्वल्स टू 32। ये अपना क्या है, आंसर है जी। नेक्स्ट अपना c ਦੀ वैल्यू है 28। 9 c ਦੀ वैल्यू ਆਪਾਂ 28 पुट की, नीचे आ गया जी 5 प्लस 32। ठीक है जी। ਹੁਣ ਆਪਣੇ 9 ਨੂੰ 28 ਦੇ ਨਾਲ ਕੀ ਕਰਨਾ ਹੈ, ਮਲਟੀਪਲਾਈ ਕਰਨਾ ਹੈ। ਸੋ ਮਲਟੀਪਲਾਈ ਕਰਾਂਗੇ 9 8 ਦਾ 72। ਸੋ ਆਪਣਾ ਇਹ ਇੰਨਾ ਆ ਜਾਏਗਾ। ਸੋ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ 5 ਤੇ ਡਿਵਾਈਡ ਨਹੀਂ ਹੋ ਰਿਹਾ, ਵੈਸੇ ਆਪਾਂ 5 ਤੇ ਡਿਵਾਈਡ ਕਰ ਸਕਦੇ ਹਾਂ ਇਹਨੂੰ, ਡੈਸੀਮਲਸ ਵਿੱਚ ਆਏਗਾ। ਸੋ ਕਿੰਨਾ ਆਏਗਾ, 5 5 ਦਾ 25 ਹੁੰਦਾ ਜੀ, ਕੰਪਲੀਟ ਕੱਟ ਜਾਏਗਾ ਤੇ ਰਹੇਗਾ 2 2 ਪਿੱਛੇ ਆਪਾਂ 0 ਕੈਰੀ ਕਰ ਲਾਂਗੇ ਤਾਂ 20.4 50.4 ਕੁਛ ਆ ਜਾਏਗਾ। ਇਹਨੂੰ ਡਿਵਾਈਡ ਕਰਨ ਤੋਂ ਬਾਅਦ ਪਲੱਸ ਕੀ ਹੈ ਜੀ 32 ਹੈ। ਸੋ 50 ਤੇ 32 ਹੁੰਦੇ ਨੇ ਆਪਣੇ 82.4 है, 82.4 अपना की आ जाएगा जी, ਇਹਦਾ आंसर आ जाएगा। क्लियर है जी। सो नेक्स्ट क्वेश्चन है, c ਦੀ वैल्यू है -10। सो c पुट करांगे ਆਪਾਂ -10 डिवाइड बाय 5 प्लस 32। ਹੁਣ ਆਪਾਂ ਨੂੰ ਦੇਖ ਰਿਹਾ ਜੀ ਆਪਾਂ 5 ਨੂੰ 10 ਤੇ ਈਜ਼ੀਲੀ ਉਰੋਂ ਡਿਵਾਈਡ ਕਰ ਸਕਦੇ ਹਾਂ। ਕਿੰਨਾ ਆ ਗਿਆ, 2 ਆ ਗਿਆ। ਸੋ ਮਾਈਨਸ ਵੀ ਨਾਲ ਹੀ ਆ ਜਾਏਗਾ। ਸੋ 9 2 ਦਾ 18 ਮਾਈਨਸ ਦਾ प्लस 32। ਹੁਣ ਸਿੰਪਲੀ 32 ਵਿੱਚੋਂ ਆਪਾਂ ਨੇ 18 ਕੀ ਕਰਨੇ ਆ, ਮਾਈਨਸ ਕਰਨੇ ਆ। ਸੋ ਬੱਚੇ ਆਪਣੇ ਕੋਲੇ 14 ਇਜ਼
ਵੈਸੇ ਇਹ ਵਾਲਾ ਕੁਐਸਚਨ ਥੋੜਾ ਜਿਹਾ ਡਿਫਰੈਂਟ ਹੈ ਆਪਣੇ ਪਿਛਲੇ ਤਿੰਨ ਪਾਰਟਸ ਨਾਲੋਂ। ਇਹਦੇ ਵਿੱਚ ਆਪਾਂ ਨੂੰ T ਆਫ C ਦੀ ਵੈਲਿਊ ਦੇ ਰੱਖੀ ਹੈ 212। ਸੋ ਇਹਦਾ ਮਤਲਬ ਕੀ ਹੈ ਕਿ T ਆਫ C ਦੀ ਵੈਲਿਊ ਕੀ ਹੈ ਜੀ ਆਪਣੀ ਸੇਮ ਇਹੀ ਹੈ, ਫੰਕਸ਼ਨ ਜਿਹੜਾ ਆਪਣਾ ਉਹੀ ਆਪਣਾ ਇਹੀ ਹੈਗਾ। ਤਾਂ ਇਹਦੀ ਜਗ੍ਹਾ ਤੇ ਆਪਾਂ ਸੇਮ ਕੀ ਰੱਖਾਂਗੇ 9c/5 + 32 ਇਕੁਅਲ ਹੈ ਜੀ ਆਪਣੇ 212 ਦੀ। ਇਹ ਗੱਲ ਕਲੀਅਰ ਹੈ ਜੀ। ਸੋ ਆਪਾਂ ਹੁਣ ਇਸ ਨੂੰ ਸੋਲਵ ਕਰਾਂਗੇ। ਸੋ ਪਹਿਲੇ ਇਹਦਾ 32 ਆਪਾਂ ਇਸ ਸਾਈਡ ਲੈ ਜਾਾਂਗੇ, -2 ਹੋ ਜਾਏਗਾ। 9c/5 = 212 - 32। ਹੁਣ 212 ਚੋਂ ਆਪਾਂ 32 ਮਾਈਨਸ ਕਰਾਂਗੇ, ਆਪਣੇ ਕੋਲ ਬਚਦੇ ਨੇ ਜੀ 180। ਠੀਕ ਹੈ ਜੀ। ਸੋ ਆਪਾਂ ਇਸ ਸਾਈਡ ਲਿਖ ਰਹੇ ਹਾਂ 9c/5 = 180 ਆਪਣੇ ਕੋਲੇ ਬਚੇ। ਇਹ 5 ਵਾਰ ਡਿਵਾਈਡ ਚ ਆਪਾਂ ਇਧਰ ਮਲਟੀਪਲੀਕੇਸ਼ਨ ਚ ਲੈ ਜਾਾਂਗੇ 9c = 180 - 5। ਜੋ ਇਹ 9 ਇਧਰ ਮਲਟੀਪਲਾਈ ਚ ਹੈ ਉਸ ਸਾਈਡ ਜਾ ਕੇ ਡਿਵਾਈਡ ਚ ਹੋ ਜਾਏਗਾ। ਸੋ c ਦੀ ਵੈਲਿਊ ਆਪਣੇ ਕੋਲ ਆ ਜਾਏਗੀ 180 × 5/9। ਕਲੀਅਰ ਹੈ ਜੀ। ਹੁਣ ਆਪਾਂ 9 ਨੂੰ ਸਿੱਧਾ ਡਿਵਾਈਡ ਕਰ ਸਕਦੇ ਹਾਂ। ਹੁਣ 9 ਦੂਣੀ 18 ਹੁੰਦਾ ਆਪਾਂ ਨੂੰ ਪਤਾ ਹੈ। ਸੋ ਇਹਦੇ ਡਿਵਾਈਡ ਹੋ ਜਾਏਗਾ 18, ਪਿੱਛੇ ਇੱਕ 0 ਸੀ ਉਦਾਂ ਹੀ ਆ ਜਾਏਗੀ। ਸੋ 25 ਦਾ 100 ਇਹ ਆਪਣੀ ਕੀ ਹੈਗੀ c ਦੀ ਵੈਲਿਊ ਹੈਗੀ। ਕਲੀਅਰ ਹੈ ਜੀ। ਸੋ ਬਹੁਤ ਈਜ਼ੀ ਕੁਐਸਚਨ ਸੀਗੇ, 3rd ਤੇ 4th ਕੁਐਸਚਨ ਬਹੁਤ ਈਜ਼ੀ ਸੀਗੇ। ਆਈ ਹੋਪ ਤੁਹਾਨੂੰ ਸਮਝ ਆਏ ਹੋਣਗੇ। ਸੋ ਇੱਕ ਆਪਣਾ ਆਖਰੀ ਕੁਐਸਚਨ ਰਹਿ ਗਿਆ, ਆਪਾਂ ਛੇਤੀ ਉਹਨੂੰ ਦੇਖ ਲੈਣੇ ਆ। ਉਹਦੇ ਨਾਲ ਆਪਣਾ ਜੋ ਚੈਪਟਰ ਹੈ ਤੇ ਐਕਸਰਸਾਈਜ਼ ਕੀ ਹੋ ਜਾਣੀ ਹੈ ਕੰਪਲੀਟ। ਸੋ ਜੋ ਆਪਣਾ 5th ਕੁਐਸਚਨ ਹੈ ਇਹਦੇ ਵਿੱਚ ਆਪਾਂ ਨੇ ਫਾਈਂਡ ਕਰਨੀ ਹੈ ਸਿਰਫ ਰੇਂਜ। ਓਨਲੀ ਆਪਾਂ ਰੇਂਜ ਫਾਈਂਡ ਕਰਨੀ ਹੈਗੀ। ਆਪਾਂ ਨੂੰ ਫੰਕਸ਼ਨ ਗਿਵਨ ਹੈ f of x = 2 - 3x ਤੇ x ਕੀ ਹੈਗੀ ਬਿਲੋਂਗ ਕਰਦੀ ਹੈ ਰੀਅਲ ਨੰਬਰਸ ਨੂੰ, ਤੇ x ਆਪਣੇ 0 ਤੋਂ ਵੱਡੀ ਹੋਣੀ ਚਾਹੀਦੀ ਹੈ। ਇਹ ਆਪਾਂ ਨੂੰ ਕੰਡੀਸ਼ਨ ਦੇ ਰੱਖੀ ਹੈ। x ਕੀ ਹੋਣੀ ਚਾਹੀਦੀ ਹੈ ਆਪਣੀ 0 ਤੋਂ ਵੱਡੀ ਹੋਣੀ ਚਾਹੀਦੀ ਹੈ। ਸੋ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲੇ ਦੋ ਫੰਕਸ਼ਨ, ਇੱਕ ਹੁੰਦਾ x ਹੁੰਦਾ, ਇੱਕ ਹੁੰਦਾ y ਹੁੰਦਾ ਹੈ। x ਆਪਣੀ ਡੋਮੇਨ ਹੁੰਦੀ ਹੈ, y ਆਪਣੀ ਰੇਂਜ ਹੁੰਦੀ ਹੈ। ਠੀਕ ਹੈ ਜੀ। ਸੋ ਆਪਾਂ ਨੂੰ ਕੰਡੀਸ਼ਨ ਦੇ ਰੱਖੀ ਹੈ ਕਿ x ਕੀ ਹੋਣੀ ਚਾਹੀਦੀ ਹੈ 0 ਤੋਂ ਵੱਡੀ ਹੋਣੀ ਚਾਹੀਦੀ ਹੈ। ਸੋ ਆਪਾਂ ਇਸੇ ਕੰਡੀਸ਼ਨ ਨੂੰ ਲੈ ਕੇ ਆਪਾਂ ਦੇਖ ਇਹਦੀ ਰੇਂਜ ਕੀ ਹੈ ਫਾਈਂਡ ਆਊਟ ਕਰਾਂਗੇ। ਸੋ ਆਪਾਂ ਨੂੰ ਪਤਾ ਹੈ ਜੋ ਫੰਕਸ਼ਨ ਆਪਣਾ 2 - 3x ਹੈ, x ਦੇ ਨਾਲ ਇੱਕ 3 ਲੱਗਿਆ ਹੋਇਆ ਹੈ, ਤੇ ਆਪਾਂ ਕੀ ਕਰਾਂਗੇ ਆਪਾਂ ਇਸ ਕੰਡੀਸ਼ਨ ਦੇ ਵਿੱਚ x ਦੇ ਨਾਲ ਆਪਾਂ 3 ਲਗਾਣਾ ਹੈ, ਤੇ ਆਪਾਂ ਬੋਥ ਸਾਈਡ 3 ਨਾਲ ਕੀ ਕਰ ਦਾਂਗੇ ਮਲਟੀਪਲਾਈ both sides by 3। ਹੁਣ 3 ਕਿਉਂ ਕੀਤਾ ਤਾਂ ਕਿ ਆਪਣਾ ਜਿਹੜਾ x ਹੈ 3x ਬਣ ਜੇ। ਇਧਰ ਵੀ ਆਪਾਂ ਨੇ 3 ਨਾਲ ਮਲਟੀਪਲਾਈ ਕੀਤਾ ਤੇ ਇਧਰ ਵੀ 3 ਨਾਲ ਮਲਟੀਪਲਾਈ ਕੀਤਾ। ਦੇਖੋ ਫਰਕ ਕੋਈ ਨਹੀਂ, ਆਪਾਂ 3 ਨਾਲ 3 ਕੈਨਸਲ ਕਰ ਦਾਂਗੇ ਤਾਂ ਆਪਣੀ ਸੇਮ ਇਹੀ ਕੰਡੀਸ਼ਨ ਦੁਬਾਰਾ ਵਾਪਸ ਆ ਜਾਣੀ ਹੈ। ਸੋ 3 ਨੂੰ x ਨਾਲ ਮਲਟੀਪਲਾਈ ਕਰਨ ਤੇ ਆਪਣਾ 3x ਹੋ ਗਿਆ ਜੀ, ਤੇ 0 ਨੂੰ 3 ਨਾਲ ਮਲਟੀਪਲਾਈ ਕਰਨ ਤੇ ਆਪਣੀ 0 ਹੀ ਆ ਜਾਏਗੀ। ਆਪਾਂ ਨੇ ਇਸ ਕੰਡੀਸ਼ਨ ਨੂੰ ਬਿਲਕੁਲ ਇਹਦੇ ਵਰਗਾ ਬਣਾਉਣਾ ਹੈ। ਹੁਣ ਇਹਦੇ ਨਾਲ ਤੇ 3 ਨਾਲ ਮਾਈਨਸ ਵੀ ਲੱਗਿਆ ਹੋਇਆ ਹੈ, ਤਾਂ ਆਪਾਂ ਕੀ ਕਰਾਂਗੇ ਬੋਥ ਸਾਈਡ ਮਾਈਨਸ ਨਾਲ ਕੀ ਕਰ ਦਾਂਗੇ ਜੀ ਮਲਟੀਪਲਾਈ ਕਰ ਦਾਂਗੇ। ਤੇ 0 ਕਦੇ ਵੀ ਮਾਈਨਸ ਦੀ ਹੋਣੀ ਹੁੰਦੀ, ਨਾ ਹੀ ਪਲੱਸ ਦੀ ਹੁੰਦੀ ਹੈ ਨਾ ਹੀ ਮਾਈਨਸ ਦੀ ਹੁੰਦੀ ਹੈ, 0 0 ਹੁੰਦੀ ਹੈ। ਹੁਣ ਦੇਖੋ ਇਹ ਵਾਲਾ ਫੰਕਸ਼ਨ ਆਪਣਾ ਮਾਈਨਸ 'ਚ ਹੈ, ਤਾਂ ਕਦੇ ਵੀ ਮਾਈਨਸ ਵਾਲਾ ਫੰਕਸ਼ਨ 0 ਤੋਂ ਵੱਡਾ ਨਹੀਂ ਹੋ ਸਕਦਾ, ਤਾਂ ਕਰਕੇ ਜੋ ਇਹਦਾ ਚਿੰਨ੍ਹ ਹੈ ਉਹ ਬਦਲ ਜਾਏਗਾ, 0 ਕੀ ਹੋ ਜਾਏਗੀ ਵੱਡੀ ਹੋ ਜਾਏਗੀ। ਇੱਥੋਂ ਤੱਕ ਸਮਝ ਆਇਆ ਜੀ। ਹੁਣ ਆਪਣਾ -3x ਬਣ ਚੁੱਕਿਆ ਹੈ, ਨਾਲ ਕੀ ਇੱਕ 2 ਹੈ, ਆਪਾਂ 2 ਐਡ ਕਰਨਾ ਹੈ ਬੋਥ ਸਾਈਡਸ, ਦੋਨੋਂ ਸਾਈਡਸ ਆਪਾਂ ਕਰ ਦਾਂਗੇ ਐਡ 2 ਬੋਥ ਸਾਈਡਸ। ਇੱਥੇ ਆਪਾਂ ਨੇ -1 ਦੀ ਮਲਟੀਪਲਾਈ ਕੀਤੀ ਸੀ ਬੋਥ ਸਾਈਡਸ। ਠੀਕ ਹੈ ਜੀ। ਤਾਂ 2 ਐਡ ਕਰ ਦਾਂਗੇ ਤਾਂ ਆਪਣਾ ਹੋ ਜਾਏਗਾ 2 - 3x = 0 + 2 ਕਿੰਨਾ ਹੁੰਦਾ ਹੈਗਾ ਜੀ ਆਪਣਾ 2 ਹੁੰਦਾ ਹੈਗਾ। ਇੱਧਰ ਆਪਣਾ ਹੋ ਗਿਆ ਜੀ 2 ਹੋ ਗਿਆ। ਸੋ ਇਹ ਆਪਣੀ ਇੱਕ ਕੰਡੀਸ਼ਨ ਬਣ ਗਈ। ਤਾਂ ਜੋ ਆਪਣਾ ਇਹ ਵਾਲਾ ਫੰਕਸ਼ਨ ਹੈ, ਇਹ ਵਾਲਾ ਫੰਕਸ਼ਨ ਆਪਣੇ ਕਿਹਦੇ ਇਕੁਅਲ ਸੀਗਾ ਜੀ, ਆਪਣੇ ਤੁਸੀਂ y ਮੰਨ ਸਕਦੇ ਹੋ, y ਦੇ ਇਕੁਅਲ ਸੀਗਾ। ਤਾਂ ਜੋ ਫੰਕਸ਼ਨ ਹੈ y ਉਹ ਛੋਟਾ ਹੈਗਾ 2 ਤੋਂ। ਕਲੀਅਰ ਹੈ ਜੀ। ਤਾਂ ਜੋ ਆਪਣੀ ਰੇਂਜ ਆਏਗੀ ਜੋ ਆਪਣੀ ਉਹ ਆਏਗੀ ਆਪਣੀ 2 ਤੋਂ y ਕੀ ਛੋਟਾ ਹੈ 2 ਤੋਂ ਛੋਟੀ ਆਏਗੀ। ਹੁਣ 2 ਤੋਂ ਛੋਟੀ ਕਿੰਨੀ ਹੋ ਸਕਦੀ ਹੈ, 2 ਤੋਂ ਛੋਟੀ 1 0 -1 -2 ਕਿੰਨੀ ਵੀ ਹੋ ਸਕਦੀ ਹੈ, ਕਿਉਂਕਿ ਸਾਰੇ ਦੇ ਸਾਰੇ ਕੀ ਨੇ ਰੀਅਲ ਨੰਬਰਸ ਨੇ। ਸੋ 2 ਤੋਂ ਲੈ ਕੇ ਇਨਫਿਨਿਟੀ ਤੱਕ ਕੋਈ ਵੀ ਵੈਲਿਊ ਹੋ ਸਕਦੀ ਹੈ। ਇੱਥੇ ਬ੍ਰੈਕਟਸ ਮੈਂ ਰਾਉਂਡ ਯੂਜ਼ ਕੀਤੇ ਨੇ ਕਿਉਂਕਿ ਉਰੇ 2 ਤੋਂ ਛੋਟਾ ਹੈ
2 ਦੇ ਇਕੁਅਲ ਨਹੀਂ ਹੈਗਾ। ਜੇ ਇਕੁਅਲ ਹੁੰਦਾ ਮੈਂ ਉਰੇ ਸਕੁਆਇਰ ਬ੍ਰੈਕਟ ਯੂਜ਼ ਕਰਦਾ। ਠੀਕ ਹੈ ਜੀ। ਸੋ ਇਹ ਆਪਣੀ ਕੀ ਆ ਗਈ ਰੇਂਜ। ਸੋ ਆਪਾਂ ਇਹਦਾ ਅਗਲਾ ਪਾਰਟ ਦੇਖਦੇ ਹਾਂ। ਸੋ ਇਹ ਜੀ ਆਪਣਾ 5th ਕੁਐਸਚਨ ਦਾ ਸੈਕੰਡ ਪਾਰਟ, ਜਿਸ ਦੇ ਵਿੱਚ ਆਪਾਂ ਨੂੰ ਗਿਵਨ ਹੈ ਫੰਕਸ਼ਨ x² + 2 ਤੇ x ਕੀ ਇੱਕ ਰੀਅਲ ਨੰਬਰ ਹੈ। ਹੁਣ ਦੇਖੋ ਆਪਣੇ ਫੰਕਸ਼ਨ ਦੇ ਵਿੱਚ x² ਹੈ ਤੇ x ਕੀ ਇੱਕ ਰੀਅਲ ਨੰਬਰ ਹੈ। ਰੀਅਲ ਨੰਬਰ ਤਾਂ ਕੁਝ ਵੀ ਹੋ ਸਕਦੇ ਨੇ। ਹੁਣ x² ਹੈ, ਜੇ ਮੈਂ x ਦੀ ਵੈਲਿਊ ਚਾਹੇ ਪੋਜ਼ਿਟਿਵ ਪੁੱਟ ਕਰਾਂ ਚਾਹੇ ਨੈਗੇਟਿਵ ਪੁੱਟ ਕਰਾਂ, ਸਕੁਆਇਰ ਹੁਣ ਕੀ ਕਰ ਦੇਗਾ, ਪੋਜ਼ਿਟਿਵ ਹੀ ਕਰ ਦੇਗਾ। ਹੁਣ ਪੋਜ਼ਿਟਿਵ ਮੰਨ ਲਓ ਮੈਂ x ਨੂੰ 1 ਪੁੱਟ ਕੀਤਾ, 1 ਦਾ ਸਕੁਆਇਰ 1 ਹੁੰਦਾ ਹੈ। ਜੇ ਮੈਂ -1 ਪੁੱਟ ਕੀਤਾ ਤਾਂ -1 ਦਾ ਸਕੁਆਇਰ ਵੀ ਕਿੰਨਾ ਆਏਗਾ, 1 ਹੀ ਆਏਗਾ। 2 ਪੁੱਟ करो चाहे -2 पुट करो, आंसर कितना आएगा, स्क्वायर करके 4 ही आएगा, +4 ठीक है जी। यानी कि एक गल पता चल गई 2 भी की है प्लस है। जे एक गल पता चल गई जो अपना फंक्शन है ए वाला कुछ भी वैल्यू पुट करो ये अपना पॉजिटिव ही आएगा, प्लस विच ही आएगा। यानी कि जाता है 0 तो होना नहीं, क्योंकि जब आप 0 पुट की 0 का 0 +2 होगा। ठीक है, यानी कि ये अपना फंक्शन बड़ा ही आएगा 2 तो। जब तक 2 आएगा, जब मैं 0 पुट करांगा तो 2 आएगा, ਤਾਂ करके मैं इक्वल का साइन लिया। ਜੇ मैं 0 ਤੋਂ ਵੱਡਾ ਪੁੱਟ ਕਰਦਾ ਤਾਂ ਉਹ 2 ਤੋਂ ਵੱਡਾ ਆਏਗਾ। 1 ਪੁੱਟ ਕਰੂੰਗਾ 1 1 + 3 3 ਆਏਗਾ। ਠੀਕ ਹੈ ਜੀ, ਜਾਂ ਤਾਂ 2 ਆਏਗਾ ਜਾਂ 2 ਤੋਂ ਵੱਡਾ ਆਏਗਾ। ਇਹ ਗੱਲ ਕਲੀਅਰ ਹੈ। ਤਾਂ ਜੋ ਆਪਣੀ ਰੇਂਜ ਹੈਗੀ, ਰੇਂਜ ਆਪਣੀ ਕਿੰਨੀ ਆਏਗੀ, ਇਹ ਵਾਲਾ ਫੰਕਸ਼ਨ ਕਿਹਦੇ ਕੋਲ, ਆਪਣਾ y ਦੇ। ਸੋ y ਇਜ਼ ग्रेटर देन और इक्वल टू 2, ये अपना फंक्शन आ गया। सो जी रेंज है वो 2 तो वड्डा कितना हो सकता है, कुछ भी हो सकता है। 2 तो वड्डा +∞ तक कुछ भी हो सकता है। 2 की थां ते आएगा जी अपना क्लोज ब्रैकेट, क्योंकि अपना 2 दे इक्वल की फंक्शन। ठीक है, सो ये अपनी की आ गई रेंज आ गई। इस तो बाद एक होर पार्ट है, थर्ड पार्ट है, उस दे विच आपां नूं फंक्शन दे रखिया f(x) = x ਤੇ x ਕੀ ਆਪਣਾ ਇੱਕ ਰੀਅਲ ਨੰਬਰ ਹੈ। ਹੁਣ ਫੰਕਸ਼ਨ ਸਿੰਪਲ ਹੈ ਕਿ y = x ਹੈ। x ਇੱਕ ਰੀਅਲ ਨੰਬਰ ਹੈ। x ਥਾਂ ਤੇ ਕੁਝ ਵੀ ਪੁੱਟ ਕਰੋ, ਮਾਈਨਸ ਪੁੱਟ ਕਰੋ, ਪੋਜ਼ਿਟਿਵ ਪੁੱਟ ਕਰੋ, 0 ਪੁੱਟ ਕਰੋ, ਆਪਣਾ ਫੰਕਸ਼ਨ ਕੀ ਆਏਗਾ, ਕਿ ਰੀਅਲ ਨੰਬਰ ਹੀ ਆਏਗਾ, ਕਿਉਂਕਿ ਹੈ ਹੀ ਇਕੱਲਾ x। ਸੋ ਇਹਦੀ ਰੇਂਜ ਵੀ ਕੀ ਆਏਗੀ, ਰੀਅਲ नंबर आएगी। कोई भी रियल नंबर हो सकती है। क्लियर है जी। सो ये सी अपनी एक्सरसाइज का लास्ट क्वेश्चन। आई होप तुहानू ये एक्सरसाइज का कॉन्सैप्ट ते एक्सरसाइज समझ आई होगी। इस लास्ट क्वेश्चन के नाल अपना खत्म होता है चैप्टर नंबर 2 रिलेशंस एंड फंक्शंस। इस चैप्टर के विच तुहानू कोई भी डाउट है तो तुसी कमेंट्स विच पूछ सकदे होगे। मैं अगली वीडियो विच तुहाडे डाउट्स क्लीयर करने की कोशिश करांगा। ते इस तो बाद आपां शुरू करांगे अपना चैप्टर नंबर 3।